ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਜਿਵੇਂ ਆਪਾਂ ਸਾਰੇ ਜਾਣਦੇ ਕਿ ਸਿੱਖ ਕੌਮ ਦੇ ਲਈ ਬਹੁਤ ਹੀ ਇਹ ਮਾਣ ਵਾਲੀ ਗੱਲ ਹੈ ਕਿ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਦੇਸ਼ ਅਮਰੀਕਾ ਨੇ ਸਿੱਖ ਕੌਮ ਦੀ ਤਾਕਤ ਨੂੰ ਪਹਿਚਾਨਦਿਆਂ ਅਮਰੀਕਨ ਫੋਰਸ ਦੇ ਵਿੱਚ ਸਿੱਖ ਰੈਜੀਮੈਂਟ ਬਣਾਈ ਹੈ। ਸਿੱਖਾਂ ਦੀ ਪਹਿਚਾਨ, ਉਹਨਾਂ ਦੀ ਤਾਕਤ, ਸੁਭਾਅ, ਕਾਬਲੀਅਤ, ਭਰੋਸੇ ਤੇ ਦ੍ਰਿੜਤਾ ਨੂੰ ਵੇਖਦੇ ਹੋਏ ਹਰ ਦੇਸ਼ ਨੇ ਸਿੱਖਾਂ ਨੂੰ ਰੈਕਗਨਾਈਜ਼ ਕੀਤਾ ਹੈ, ਜਿਸ ਦੀ ਰੀਸੈਂਟ ਉਦਾਹਰਨ ਕੈਨੇਡੀਅਨ ਨੈਸ਼ਨਲ ਡਿਫੈਂਸ ਮਿਨਿਸਟਰ ਸਰਦਾਰ ਹਰਜੀਤ ਸਿੰਘ ਸੱਜਣ ਹਨ। ਪਰ ਇਸ ਗੱਲ ਦਾ ਦੁੱਖ ਹੈ ਕਿ ਭਾਰਤੀ ਗਣਤੰਤਰ ਦਿਵਸ 26 ਜਨਵਰੀ ਦੀ ਪਰੇਡ ਦੇ ਵਿੱਚ ਇਸ ਸਾਲ ਭਾਰਤੀ ਸਰਕਾਰ ਨੇ ਸਿੱਖ ਰੈਜੀਮੈਂਟ ਨੂੰ ਇਸ ਦਿਨ ਪਰੇਡ ਦੇ ਵਿੱਚ ਸ਼ਾਮਿਲ ਨਹੀਂ ਕੀਤਾ। ਹਰ ਸਾਲ ਸਿੱਖ ਰੈਜੀਮੈਂਟ ਦੇ ਫੌਜੀ ਦਸਤਾਰ ਸਜਾ ਕੇ ਇਸ ਪਰੇਡ ਦੀ ਸ਼ਾਨ ਬਣਾਉਂਦੇ ਰਹੇ ਹਨ, ਪਰ ਇਸ ਸਾਲ ਤਾਂ ਇਸ ਪਰੇਡ ਦੀ ਅਗਵਾਈ ਵੀ ਕਿਸੇ ਸਿੱਖ ਆਫੀਸਰ ਨੂੰ ਨਹੀਂ ਸੌਂਪੀ ਗਈ। ਵਿਊਅਰਸ, ਇਸ ਪਿੱਛੇ ਕੀ ਕਾਰਨ ਹੋ ਸਕਦਾ ਹੈ? ਕਿ ਸਿੱਖਾਂ ਦੀ ਆਇਡੈਂਟੀਟੀ ਨੂੰ ਮਿਸਟਰ ਹੋਲਾਂਡ ਦੇ ਸਾਹਮਣੇ ਅਲੋਪ ਕਰਨ ਦੀ ਕੋਸ਼ਿਸ਼ ਸੀ, ਜਾਂ ਫਿਰ ਇਸ ਪਿੱਛੇ ਕੋਈ ਹੋਰ ਸਾਜ਼ਿਸ਼ ਹੋ ਸਕਦੀ ਹੈ? ਪਰ ਇੱਕ ਗੱਲ ਹੈ ਕਿ ਇਸ ਪਰੇਡ ਦਾ ਹਿੱਸਾ ਨਾ ਬਣਨ ਕਰਕੇ ਸਿੱਖ ਫੌਜੀਆਂ ਨੂੰ ਦੁੱਖ ਜ਼ਰੂਰ ਹੋਇਆ ਹੈ, ਪਰ ਇਸ ਦੇ ਨਾਲ ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਵੀ ਖੁੱਲ ਕੇ ਸਾਹਮਣੇ ਆਇਆ ਹੈ। ਸੋ ਵਿਊਅਰਸ, ਅੱਜ ਅਸੀਂ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਆਲ ਇੰਡੀਆ ਸਿੱਖ ਕਾਨਫਰੰਸ ਦੇ ਮੋਢੀ ਤੇ ਜਰਨਲਿਸਟ ਸਰਦਾਰ ਗੁਰਚਰਨ ਸਿੰਘ ਬੱਬਰ ਜੀ ਨਾਲ। ਉਹਨਾਂ ਦੇ ਨਾਲ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਇਸ ਮੁੱਦੇ ਤੇ ਅਤੇ ਹੋਰ ਰੀਸੈਂਟ ਮੁੱਦਿਆਂ ਤੇ ਜਿਹੜੇ ਕਿ ਇਸ ਵੇਲੇ ਸਾਨਾ ਦਿੱਲੀ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਜਿਸ ਤਰ੍ਹਾਂ ਮੈਂ ਆਲਰੇਡੀ ਇੰਟਰੋਡਕਸ਼ਨ ਦੇ ਵਿੱਚ ਦੱਸ ਚੁੱਕੀ ਹਾਂ ਕਿ ਨਾ ਸਿਰਫ ਅਮਰੀਕਾ ਦੇ ਵਿੱਚ ਬਲਕਿ ਦੁਨੀਆ ਭਰ ਦੇ ਹਰ ਹਿੱਸੇ ਦੇ ਵਿੱਚ ਸਿੱਖਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਸਫਲਤਾ ਹਾਸਲ ਕੀਤੀ ਹੋਈ ਹੈ। ਪਰ ਜਿਸ ਤਰ੍ਹਾਂ ਜਦੋਂ ਇਹ ਸੁਣਨ ਦੇ ਵਿੱਚ ਆਇਆ ਕਿ ਇਸ ਸਾਲ ਇੰਡੀਆ ਦੇ ਵਿੱਚ ਜਿਹੜੀ ਪਰੇਡ ਕੀਤੀ ਗਈ ਸੀਗੀ ਉਸ ਦੇ ਵਿੱਚ ਸਿੱਖ ਰੈਜੀਮੈਂਟ ਨੂੰ ਹਿੱਸਾ ਨਹੀਂ ਬਣਨ ਦਿੱਤਾ ਗਿਆ, ਇਸ ਨੂੰ ਪਰਸਨਲੀ ਤੁਸੀਂ ਕਿਵੇਂ ਵੇਖਦੇ ਹੋ? ਤੁਹਾਡੇ ਪਰਸਨਲ ਵਿਊਜ਼ ਇਸ ਤੇ ਕੀ ਨੇ? ਕਿਉਂ ਨਹੀਂ ਇਹਨਾਂ ਨੂੰ ਹਿੱਸਾ ਬਣਨ ਦਿੱਤਾ ਗਿਆ? ਦੇਖੋ, ਜਿਹੜਾ ਸਿੱਖ ਰੈਜੀਮੈਂਟ ਨੂੰ ਅਚਾਨਕ ਨਹੀਂ ਹਟਾਇਆ ਗਿਆ, ਓਕੇ, ਇਹ ਇੱਕ ਵੈਲ ਪਲਾਨ, ਵੈਲ ਆਰਗੇਨਾਈਜ਼ਡ ਇੱਕ ਕਨਸਪੀਰੇਸੀ ਹੈ ਜੀ, ਔਰ ਇਹ ਇੱਕ ਸੰਘ ਪਰਿਵਾਰ ਦੀ ਰਣਨੀਤੀ ਹੈ ਜੀ। ਔਰ ਸੰਘ ਪਰਿਵਾਰ ਜਿਹੜਾ ਹੈ ਉਹ ਸਿੱਖ ਕੌਮ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹੈ ਕਿ ਤੁਸੀਂ ਕੋਈ ਬਹੁਤੇ ਬਹਾਦਰ ਨਹੀਂ ਹੋ ਜੀ, ਅਸੀਂ ਬਹੁਤ ਕੁਝ ਹੈਗੇ ਹਾਂ, ਹਾਂਜੀ, ਇਤਨੀ ਤੁਹਾਡੀ ਜ਼ਰੂਰਤ ਨਹੀਂ ਹੈ ਜੀ। ਤੁਸੀਂ ਜਿਹੜਾ ਦਾਅਵਾ ਕਰਦੇ ਹੋ ਕਿ ਅਸੀਂ ਬੜੇ ਬਹਾਦਰ ਹਾਂ, ਸਾਡੇ ਤੋਂ ਵੱਧ ਕੋਈ ਨਹੀਂ ਹੈਗਾ, ਅਸੀਂ ਨੰਬਰ 1 ਹਾਂ, ਅਸੀਂ ਦੇਸ਼ ਦੀ ਰੱਖਿਆ 'ਚ ਕੁਰਬਾਨੀਆਂ ਛੱਡੀਆਂ, ਇਹ ਇੱਕ ਤੁਹਾਡੀ ਗਲਤਫਹਿਮੀ ਹੈ। ਸਿੱਖ ਕੌਮ ਨੂੰ ਇੱਕ ਮੈਸੇਜ ਦਿੱਤਾ ਗਿਆ। ਮੈਂ ਲਿਖਿਆ ਵੀ ਹੈ ਆਪਣੇ 2 ਦਿਨ ਲਗਾਤਾਰ, ਔਰ ਮੈਂ ਕੱਲ ਇਸ ਸਿਲਸਿਲੇ ਦੇ ਵਿੱਚ ਪ੍ਰਾਈਮ ਮਿਨਿਸਟਰ ਨੂੰ, ਹੋਮ ਮਿਨਿਸਟਰ ਨੂੰ, ਡਿਫੈਂਸ ਮਿਨਿਸਟਰ ਨੂੰ, ਰਾਸ਼ਟਰਪਤੀ ਨੂੰ ਚਿੱਠੀ ਵੀ ਭੇਜੀ ਹੈ ਔਰ ਆਪਣੇ ਅਖਬਾਰਾਂ ਦੇ ਰਾਹੀਂ ਲੈਟਰ ਵੀ ਪਾਇਆ। ਮੈਂ ਕਿਹਾ ਕਿ ਤੁਸੀਂ ਇਹ ਬਹੁਤ ਵੱਡੀ ਗਲਤੀ ਕਰ ਰਹੇ ਹੋ ਜੀ। ਤੁਸੀਂ ਸਿੱਖ ਕੌਮ ਨੂੰ ਜਿਹੜਾ ਹੈ ਮੈਸੇਜ ਦੇ ਰਹੇ ਹੋ ਜੀ। ਇਹ ਮੈਸੇਜ ਜਿਹੜਾ ਹੈ ਪੰਜਾਬ ਦੇ ਪਿੰਡਾਂ 'ਚ ਜਾਏਗਾ, ਸਿੱਖ ਕੌਮ ਦੇ ਘਰ ਘਰ 'ਚ ਜਾਏਗਾ, ਸਿੱਖਾਂ ਦੇ ਮਨ ਟੁੱਟਣਗੇ। ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਪਲੈਨਿੰਗ ਦੇ ਤਹਿਤ ਭਾਰਤ ਸਰਕਾਰ ਨੇ ਸੰਘ ਪਰਿਵਾਰ ਦੇ ਕਹਿਣ ਤੇ ਸਿੱਖਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ ਜੀ। ਔਰ ਮੈਂ ਸਮਝਦਾ ਹਾਂਜੀ ਕਿ ਇਹ ਵਿਤਕਰਾ ਨਹੀਂ ਹੈ ਜੀ, ਸਿੱਖ ਕੌਮ ਦੇ ਨਾਲ ਵਿਤਕਰਾ ਨਹੀਂ ਹੈ। ਮੈਂ ਸਮਝਦਾ ਸਿੱਖਾਂ ਦੀ ਐਗਜ਼ਿਸਟੈਂਸ ਹੁਣ ਖਤਰੇ 'ਚ ਆ ਗਈ। ਹੁਣ ਹਿੰਦੁਸਤਾਨ ਦੇ ਵਿੱਚ ਸਿੱਖਾਂ ਨਾਲ ਵਿਤਕਰੇ ਵਾਲੀ ਗੱਲ ਨਹੀਂ ਹੈ ਜੀ। ਹੁਣ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ ਐਗਜ਼ਿਸਟੈਂਸ ਜਿਹੜੀ ਹੈ ਉਹ ਖਤਰੇ ਵਿੱਚ ਪੈ ਗਈ। ਹਾਂਜੀ, ਇਦਾਂ ਹੋ ਗਿਆ ਹੈ ਕਿ ਜਿਹੜੇ ਸਿੱਖ ਨੇ ਇਸ ਵਕਤ ਹਿੰਦੁਸਤਾਨ ਦੇ ਕਿਸੇ ਵੀ ਮੰਚ ਤੇ ਤੁਹਾਨੂੰ ਦਿਖਦੇ ਨਹੀਂ ਜੀ। ਅਸੀਂ ਚੈਨਲਾਂ ਤੇ ਨਹੀਂ ਤੁਹਾਨੂੰ ਦਿਖਦੇ, ਅਸੀਂ ਅਖਬਾਰਾਂ 'ਚ ਤੁਹਾਨੂੰ ਨਹੀਂ ਦਿਖਦੇ, ਅਸੀਂ ਵੱਡੀਆਂ ਪੋਸਟਾਂ ਤੇ ਤੁਹਾਨੂੰ ਨਹੀਂ ਦਿਖਦੇ, ਅਸੀਂ ਮਿਨਿਸਟਰ ਨਹੀਂ, ਅਸੀਂ ਬਿਊਰੋਕਰੇਟਸ ਨਹੀਂ। ਸਾਡੀ ਐਗਜ਼ਿਸਟੈਂਸ ਖਤਰੇ 'ਚ ਪੈ ਗਈ। ਅਸੀਂ ਸਿਰਫ ਹੁਣ ਹਿੰਦੁਸਤਾਨ ਦੇ ਵਿੱਚ ਜਿਹੜੇ ਸਿੱਖ ਹਾਂ ਜੀ, ਉਹ ਜਾਂ ਤਾਂ ਅਸੀਂ ਦੁਕਾਨਦਾਰ ਰਹਿ ਗਏ ਹਾਂ ਜਾਂ ਅਸੀਂ ਕਾਰੋਬਾਰ ਹਾਂ ਬਹੁਤ ਵੱਡੀ ਗਿਣਤੀ ਵਿੱਚ। ਕਿ ਥੋੜੇ ਬਹੁਤ ਕੋਈ ਛੋਟੀਆਂ ਮੋਟੀਆਂ ਫੈਕਟਰੀਆਂ ਵਾਲੇ ਜਾਂ ਟਰਾਂਸਪੋਰਟਰ ਹੈਗੇ ਨੇ, ਉਹਨਾਂ ਦਾ ਇਤਨਾ ਵਜੂਦ ਨਹੀਂ ਹੈ ਜੀ। ਇਹ ਗੱਲ ਹੈ ਜੀ, ਇਹ ਸੰਘ ਪਰਿਵਾਰ ਦੀ ਹੀ ਸਾਜ਼ਿਸ਼ ਹੈ। ਓਕੇ, ਸੋ ਜਿਸ ਤਰ੍ਹਾਂ ਵੀ ਤੁਸੀਂ ਇੱਕ ਫੈਕਟ ਸਾਹਮਣੇ ਲੈ ਕੇ ਆਂਦਾ ਕਿ ਦਿਸ ਇਜ਼ ਲਾਈਕ ਅ ਵੈਲ ਪਲਾਨ ਸੀਗਾ, ਵੈਲ ਆਰਗੇਨਾਈਜ਼ ਸੀਗਾ ਕਿ ਸਾਡੀ ਜਿਹੜੀ ਆਇਡੈਂਟੀਟੀ ਆ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਸਾਡੀ ਜ਼ਰੂਰਤ ਨਹੀਂ ਹੈ। ਬਟ ਡੋਂਟ ਯੂ ਥਿੰਕ ਕਿ ਇੱਕ ਹੋਰ ਫੈਕਟ ਵੀ ਸਾਹਮਣੇ, ਕਿਉਂਕਿ ਇਸ ਸਾਲ, ਕਿਉਂਕਿ ਪਿਛਲੇ ਸਾਲ ਵੀ ਸਿੱਖ ਰੈਜੀਮੈਂਟ ਹੈਗੀ ਸੀ ਪਰੇਡ ਦੇ, ਪਰ ਇਸ ਸਾਲ ਕਿਉਂਕਿ ਮਿਸਟਰ ਹੋਲਾਂਡ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਸੀਗੇ ਉਹ ਇਸ ਵੇਲੇ ਮੁੱਖ ਮਹਿਮਾਨ ਸੀਗੇ, ਕਿਉਂਕਿ ਫਰਾਂਸ ਦੇ ਵਿੱਚ ਸਿੱਖਾਂ ਦੀ ਆਇਡੈਂਟੀਟੀ ਦੇ ਉੱਪਰ ਜਿਹੜੀ ਦਸਤਾਰ ਦਾ ਇਸ਼ੂ ਚੱਲਦਾ ਪਿਆ ਸੀ, ਬਹੁਤ ਸਮੇਂ ਤੋਂ ਚੱਲ ਰਿਹਾ ਸੀਗਾ, ਜਿਸ ਸੰਬੰਧੀ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਵੀ ਕੀਤੀ ਹੈ ਐਂਡ
ਵੱਖ-ਵੱਖ ਆਰਗੇਨਾਈਜੇਸ਼ਨ ਨਾਲ ਵੀ ਗੱਲਬਾਤ ਕੀਤੀ ਹੈ, ਪਰ ਜਿਸ ਤਰ੍ਹਾਂ ਉਹ ਮੁੱਖ ਮਹਿਮਾਨ ਸੀਗੇ ਉਹਨਾਂ ਦੇ ਸਾਹਮਣੇ ਦਸਤਾਰ ਨੂੰ ਇਹਨਾਂ ਨੇ ਅਲੋਪ ਹੀ ਕਰ ਦਿੱਤਾ ਹੈ, ਨਾ ਕਿਸੇ ਆਫੀਸਰ ਨੂੰ ਸਾਹਮਣੇ ਲੈ ਕੇ ਆਂਦਾ, ਨਾ ਹੀ ਸਿੱਖ ਰੈਜੀਮੈਂਟ ਨੂੰ ਸਾਹਮਣੇ ਲੈ ਕੇ ਆਂਦਾ। ਡੋਂਟ ਯੂ ਥਿੰਕ ਦੈਟਸ ਅਨਦਰ ਫੈਕਟਰ ਟੂ ਕਿ ਇਹ ਵੀ ਇੱਕ ਹੋਰ ਫੈਕਟ ਹੋ ਸਕਦਾ ਹੈ ਕਿ ਸਾਡੀ ਆਇਡੈਂਟੀਟੀ ਨੂੰ ਓਵਰ ਲਾਈਕ ਫਰਾਂਸ ਦੇ ਮਿਨਿਸਟਰ ਸਾਹਮਣੇ ਅਲੋਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ? ਡੋਂਟ ਯੂ ਥਿੰਕ ਸੋ? ਬਿਲਕੁਲ ਬਿਲਕੁਲ ਬਿਲकुल ਇਹ ਵੀ ਸੰਘ ਪਰਿਵਾਰ ਦੀ ਉਸੇ ਰਾਜਨੀਤੀ ਦਾ ਹਿੱਸਾ ਹੈ ਜੀ ਕਿ ਫਰਾਂਸ ਦਾ ਰਾਸ਼ਟਰਪਤੀ ਤੁਹਾਡਾ ਚੀਫ ਗੈਸਟ ਹੈ ਜੀ, ਔਰ ਉਹ ਤੁਹਾਡੇ ਰਾਸ਼ਟਰਪਤੀ ਨਾਲ, ਤੁਹਾਡੇ ਪ੍ਰਧਾਨ ਮੰਤਰੀ ਨਾਲ ਗਣਤੰਤਰ ਦਿਵਸ ਦੀ ਪਰੇਡ ਤੇ ਚੀਫ ਗੈਸਟ ਹੈ, ਉਹ ਬੈਠਾ ਹੈ ਜੀ। ਉਸ ਦੇ ਸਾਹਮਣੇ ਤੁਸੀਂ ਪੱਗਾਂ ਨਹੀਂ ਘੁੰਮਣ ਦਿੱਤੀਆਂ, ਤੁਸੀਂ ਪਗੜੀਆਂ ਵਾਲਿਆਂ ਨੂੰ ਨਹੀਂ ਆਉਣ ਦਿੱਤਾ, ਤੁਸੀਂ ਪਗੜੀਆਂ ਵਾਲੇ ਨੂੰ ਕਹਿਤਾ ਘਰ ਬੈਠ ਜਾਓ, ਤੁਸੀਂ ਬੈਰਕਾਂ 'ਚ ਬੈਠ ਜਾਓ, ਤੁਸੀਂ ਸਾਹਮਣੇ ਆਉਣਾ ਹੀ ਨਹੀਂ। ਮਤਲਬ ਹੈ ਕਿ ਤੁਸੀਂ ਹਿੰਦੁਸਤਾਨ ਦੀ ਸਰਕਾਰ ਸਿੱਖਾਂ ਦੇ ਮਾਮਲੇ ਚਾਹੇ ਫਰਾਂਸ ਤੋਂ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਣ ਜੀ, ਉਹਨਾਂ ਨਾਲ ਕੋਈ ਦਿਲਚਸਪੀ ਨਹੀਂ ਰੱਖਦੀ। ਹਾਂਜੀ, ਉਹਨਾਂ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਵੀ ਇੱਕ ਮੈਸੇਜ ਇਨਡਾਇਰੈਕਟ ਦੇ ਦਿੱਤਾ, ਕੋਈ ਵੱਡੀ ਗੱਲ ਨਹੀਂ ਹੈਗੀ, ਔਰ ਕੋਈ ਸਾਡਾ ਤੁਹਾਡਾ ਪਗੜੀ ਕਰਕੇ ਅਸੀਂ ਕੋਈ ਤੁਹਾਡੇ ਨਾਲ ਨਾਰਾਜ਼ ਨਹੀਂ ਹੈਗੇ, ਔਰ ਕੋਈ ਪਗੜੀ ਵਾਲਿਆਂ ਦੀ ਇਤਨੀ ਕੋਈ ਬਹੁਤ ਵੱਡਾ ਵਜੂਦ ਵੀ ਨਹੀਂ ਹੈਗਾ। ਇਹ ਬੜੇ ਥੋੜੇ ਜਿਹੇ ਬੰਦੇ ਨੇ ਔਰ ਇੱਕ ਉਹਨਾਂ ਨੇ ਪਗੜੀ ਇਸ਼ੂ ਨੂੰ ਬਿਲਕੁਲ ਮਤਲਬ ਕਿ ਫਰਾਂਸ ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ। ਬਿਲਕੁਲ ਬਿਲकुल ਉਹ ਚੁੱਪੀ ਹੋ ਗਏ ਨੇ। ਇਹ ਸੰਘ ਪਰਿਵਾਰ ਦੀ ਇਹੀ ਰਣਨੀਤੀ ਹੈ। ਮੈਂ ਇੱਕ ਤੁਹਾਨੂੰ ਇੱਥੇ ਦੱਸਾਂ ਜੀ ਕਿ ਮੈਂ ਗੱਲ ਕਹੀ ਹੈ ਔਰ ਲਿਖੀ ਵੀ ਹੈ ਔਰ ਬਹੁਤ ਵੱਡੇ ਪੱਧਰ ਤੇ ਕਹੀ ਹੈ। ਹਾਂਜੀ, ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਿੱਖ ਨੌਜਵਾਨਾਂ ਦਾ ਜਿਹੜਾ ਰੁਝਾਨ ਸੀ ਉਹ ਫੌਜ ਦੀ ਤਰਫ ਘਟਿਆ, ਹਿੰਦੁਸਤਾਨ ਦੀ ਫੌਜ ਦੀ ਤਰਫ ਘਟਿਆ ਜੀ, ਬੜੀ ਤੇਜ਼ੀ ਨਾਲ ਘਟਿਆ ਔਰ ਬੜੀ ਵੱਡੀ ਗਿਣਤੀ 'ਚ ਘਟਿਆ ਜੀ। ਔਰ ਅੱਜ ਜਿਹੜਾ ਦੁਬਾਰਾ ਇਹਨਾਂ ਨੇ ਜਿਹੜਾ ਸਿੱਖ ਰੈਜੀਮੈਂਟ ਦੀ ਇਨਸਲਟ ਕੀਤੀ ਹੈ, ਸਿੱਖ ਰੈਜੀਮੈਂਟ ਦੀ ਨਹੀਂ, ਅੱਜ ਸਿੱਖ ਕੌਮ ਦੀ ਇਨਸਲਟ ਕੀਤੀ ਜੀ, ਸਿੱਖਾਂ ਦੇ ਵਜੂਦ ਉਹਨਾਂ ਨੂੰ ਕਾਰਿਆ ਹੈ, ਸਿੱਖਾਂ ਨੂੰ ਸੁਨੇਹਾ ਦਿੱਤਾ ਹੈ ਕਿ ਤੁਸੀਂ ਕੋਈ ਬਹੁਤ ਇੰਪੋਰਟੈਂਟ ਨਹੀਂ ਹੋ। ਆ ਜਿਹੜਾ ਸਿਲਸਿਲਾ ਪਿਛਲੇ 1.5 ਔਰ 2 ਸਾਲ ਤੋਂ ਚੱਲਿਆ ਜੀ ਹਿੰਦੁਸਤਾਨ ਦੇ ਵਿੱਚ, ਇਹ ਸਿਲਸਿਲਾ ਜਿਹੜਾ ਚੱਲਿਆ ਇਹ ਸਿੱਖਾਂ ਦੇ ਐਗਜ਼ਿਸਟੈਂਸ ਨੂੰ ਖਤਰਾ ਪੈ ਗਿਆ ਪਿਛਲੇ 2 ਸਾਲ ਤੋਂ ਜੀ। ਸਾਡਾ ਵਜੂਦ ਹਿੰਦੁਸਤਾਨ ਦੇ ਵਿੱਚ ਹੁਣ ਖਤਰੇ 'ਚ ਪੈ ਗਿਆ, ਹੁਣ ਵਿਤਕਰੇ ਵਾਲੀ ਗੱਲ ਨਹੀਂ ਰਹੀ। ਹਾਂਜੀ, ਇਸ ਕਰਕੇ ਜਿਹੜੇ ਸਿੱਖ ਨੌਜਵਾਨ ਨੇ ਉਹ ਇਹ ਜਿਹੜਾ ਰੈਜੀਮੈਂਟ ਵਾਲਾ ਮਾਮਲਾ ਚੱਲਿਆ ਹੈ ਤੇਜ਼ੀ ਨਾਲ ਪੰਜਾਬ ਦੇ ਪਿੰਡਾਂ ਵਿੱਚ, ਪੰਜਾਬ ਦੇ ਸ਼ਹਿਰਾਂ ਵਿੱਚ ਸਿੱਖ ਕੌਮ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਗਿਆ। ਸਿੱਖ ਕੌਮ ਨੇ ਇਸ ਨੂੰ ਆਪਣਾ ਇਸ ਇਸ਼ੂ ਦੇ ਉੱਤੇ ਬੜੇ ਪਰੇਸ਼ਾਨ ਤੇ ਦੁਖੀ ਨੇ, ਪਰ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸੰਘ ਪਰਿਵਾਰ ਨੇ ਇੱਕ ਰਣਨੀਤੀ ਬਣਾ ਲਈ ਹੈ ਕਿ ਉਹਨਾਂ ਨੇ ਇੱਕ ਦੇਸ਼ ਦੇ ਵਿੱਚ ਮਾਈਨੋਰਟੀ ਨੂੰ, ਮੁਸਲਮਾਨਾਂ ਨੂੰ, ਸਿੱਖਾਂ ਨੂੰ ਇਹ ਸੁਨੇਹਾ ਦੇਣਾ ਸ਼ੁਰੂ ਕਰ ਦਿੱਤਾ ਹੈ ਸਾਡਾ ਰਾਜ ਹੈ ਜੀ, ਅਸੀਂ ਜਿਹੜੇ ਆ 1000 ਸਾਲ ਦੇ ਬਾਅਦ ਰਾਜ 'ਚ ਆਏ ਹਾਂ ਜੀ, ਸਾਡੇ ਕੋਲ ਤਾਕਤ ਆਈ ਹੈ, ਅਸੀਂ ਹੁਣ ਰੂਲਰ ਹਾਂ ਹਾਂਜੀ, ਸਾਡਾ ਇੱਥੇ ਰਾਜ ਚਲੇਗਾ ਜੀ, ਇੱਥੇ ਹੁਣ ਜੋ ਅਸੀਂ ਚਾਹਾਂਗੇ ਉਹ ਸਾਡੀ ਨੀਤੀ ਚਲੇਗੀ। ਹਾਂਜੀ, ਉਸੇ ਨੀਤੀ ਦਾ ਇੱਕ ਇਹ ਹਿੱਸਾ ਸੀ ਸਿੱਖ ਰੈਜੀਮੈਂਟ ਨੂੰ ਬਾਹਰ ਕੱਢਣਾ। ਇਹ ਛੋਟੀ ਮੋਟੀ ਗੱਲ ਨਹੀਂ ਆ, ਆਹ ਗੱਲ ਜਿਹੜੀ ਹੈ ਇਹ ਸਿੱਖ ਕੌਮ ਨੂੰ ਇੱਕ ਇੱਕ ਘਰ ਦੇ ਵਿੱਚ ਇੱਕ ਸੁਨੇਹਾ ਦੇਣ ਵਾਲੀ ਗੱਲ ਹੈ ਕਿ ਤੁਹਾਡੀ ਕੋਈ ਜ਼ਰੂਰਤ ਨਹੀਂ ਜੀ। ਜੀ ਬਿਲਕੁਲ। ਤੇ ਵੀਰ ਜੀ ਇਸ ਬਾਰੇ ਅਸੀਂ ਹੋਰ ਵੀ ਵੇਰਵੇ ਨਾਲ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਵੀ ਪਿਛਲੀ ਦਿਨੀ ਨਿਊਜ਼ਪੇਪਰ ਦੇ ਵਿੱਚ ਗੱਲ ਕੀਤੀ ਕਿ ਆਰਟੀਕਲ ਛਾਪਿਆ ਸੀਗਾ ਐਂਡ ਹਿੰਦੀ ਦੇ ਵਿੱਚ ਤੇ ਇੰਗਲਿਸ਼ ਵਿੱਚ ਦੋਨੋਂ ਛਾਪਿਆ ਸੀਗਾ ਦਿੱਲੀ ਦੇ ਵਿੱਚ, ਪਰ ਜਿਸ ਤਰ੍ਹਾਂ ਉਹਦੇ ਵਿੱਚ ਲਿਖਿਆ ਸੀਗਾ ਕਿ ਇਹ ਸਾਰੀ ਸੋਚੀ ਸਮਝੀ ਸਾਜ਼ਿਸ਼ ਹੈ, ਪਰ ਜਿਸ ਤਰ੍ਹਾਂ ਜਿਹੜੇ ਸਿੱਖ ਸੋਲਜਰਸ ਨੇ, ਸਿੱਖ ਰੈਜੀਮੈਂਟ ਦੇ ਸੋਲਜਰਸ ਨੇ ਉਹ ਕਾਫੀ ਇਸ ਗੱਲ ਤੋਂ ਦੁਖੀ ਨੇ। ਉਹ ਕਿਸ ਗੱਲ ਤੋਂ ਦੁਖੀ ਨੇ, ਸਾਨੂੰ ਇਸ ਬਾਰੇ ਵੀ ਵੇਰਵੇ ਕਿ ਇਸ ਗੱਲ ਤੋਂ ਦੁਖੀ ਨੇ ਕਿ ਦੇ ਆਰ ਨਾਟ ਪਾਰਟ ਆਫ ਇਟ? ਜੀ ਜੀ ਹਾਂਜੀ, ਮੈਂ ਕਿਸ ਗੱਲ ਤੋਂ ਦੁਖੀ ਨੇ ਉਹ ਸਾਨੂੰ ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ ਹਿੰਦੁਸਤਾਨ ਦੀ ਫੌਜ ਦੇ ਵਿੱਚ ਰਾਜਪੂਤ ਬਟਾਲੀਅਨ ਔਰ ਜਿਹੜੀਆਂ ਗੋਰਖਾ ਬਟਾਲੀਅਨ ਬੜੀਆਂ ਬਟਾਲੀਅਨਸ ਨੇ ਜੀ, ਔਰ ਸਿੱਖ ਰੈਜੀਮੈਂਟ ਵੀ ਪਾਰਟ ਆਫ ਇੰਡੀਅਨ ਆਰਮੀ ਹੈ, ਫੌਜ ਹੈ ਹਾਂਜੀ, ਔਰ ਸਿੱਖ ਰੈਜੀਮੈਂਟ ਦੇ ਜਿਹੜੇ ਬੰਦੇ ਨੇ ਆ ਸਾਡੇ ਜਿਹੜਾ ਮੇਰਾ ਪ੍ਰੋਫੈਸ਼ਨ ਜਰਨਲਿਜ਼ਮ ਹੈ ਜੀ, ਅਸੀਂ ਫੌਰਨ ਤੌਰ ਤੇ ਬਾਜ਼ਾਰਾਂ ਦੇ ਵਿੱਚ ਬੈਰਕਾਂ ਦੇ ਨਜ਼ਦੀਕ ਅਸੀਂ ਕਾਫੀ ਤਰੀਕੇ ਨਾਲ ਅਸੀਂ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਕਿ ਸਿੱਖ ਜਿਹੜੇ ਫੌਜੀ ਨੇ ਉਹ ਕਿਸ ਤਰ੍ਹਾਂ ਦਾ ਰਿਐਕਟ ਕਰ ਰਹੇ ਨੇ। ਸਾਨੂੰ
ਜੋ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਸਿੱਖ ਬੜੇ ਇਨਸਲਟ ਫੀਲ ਕਰ ਰਹੇ ਨੇ ਸਿੱਖ ਰੈਜੀਮੈਂਟ ਵਾਲੇ ਭਾਰਤੀ ਫੌਜ ਜੀ। और क्योंकि एक चर्चा चल पई है भारतीय फौज ਵਿੱਚ सिख रेजिमेंट को निकाल दिया, सिख रेजिमेंट गई नहीं। आ ਜਿਹੜਾ ਸਿੱਖ ਫੌਜੀਆਂ ਦੇ ਪਰਿਵਾਰਾਂ ਦੇ ਵਿੱਚ ਮਾਇੂਸੀ ਫੈਲੀ ਹੈ ਕਿ ਸਾਡੇ ਬੱਚੇ ਦੇਸ਼ ਦੀ ਸੁਰੱਖਿਆ ਵਾਸਤੇ ਦੇਸ਼ ਵਾਸਤੇ ਕੁਰਬਾਨੀ ਦੇ ਰਹੇ ਨੇ, ਸਾਡੇ ਬੱਚੇ ਸਾਡੇ ਪਰਿਵਾਰ ਦੇ ਜੀ ਜਿਹੜੇ ਦੇਸ਼ ਦੀ ਰੱਖਿਆ ਵਾਸਤੇ ਜੂਝ ਰਹੇ ਨੇ ਉਹ ਘਰੋਂ ਬਾਹਰ ਨੇ ਦੇਸ਼ ਦੀ ਸੁਰੱਖਿਆ ਔਰ ਰੱਖਿਆ ਵਾਸਤੇ, ਤੁਸੀਂ ਉਹਨਾਂ ਨੂੰ ਪੇਟ ਤੋਂ ਹੀ ਬਾਹਰ ਕਰ ਦਿੱਤਾ। ਆਹ ਜਿਹੜੀ ਚਰਚਾ ਸਿੱਖ ਫੌਜੀਆਂ ਦੇ ਘਰਾਂ ਦੇ ਵਿੱਚ, ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ, ਉਹਨਾਂ ਦੇ ਫਰੈਂਡ ਸਰਕਲ ਦੇ ਵਿੱਚ, ਆਹ ਜਿਹੜੀ ਚਰਚਾ ਉਹਨਾਂ ਫੌਜੀ ਰੈਜੀਮੈਂਟਾਂ ਤੋਂ ਇਲਾਵਾ ਦੂਜੀਆਂ ਰੈਜੀਮੈਂਟਸ ਦੇ ਵਿੱਚ ਚੱਲ ਰਹੀ ਹੈ ਜੀ। ਇੰਨੇ ਸਿੱਖ ਰੈਜੀਮੈਂਟਸ ਦੇ ਜਿਹੜੇ ਫੌਜੀ ਨੇ ਉਹਨਾਂ ਨੂੰ ਪਰੇਸ਼ਾਨ ਤੇ ਨਿਰਾਸ਼ ਕਰ ਦਿੱਤਾ ਪੂਰੀ ਤਰ੍ਹਾਂ। ਔਰ ਇਹ ਖਬਰਾਂ ਗਵਰਨਮੈਂਟ ਕੋਲ ਜਾ ਰਹੀਆਂ ਨੇ, ਇਹ ਸਰਕਾਰ ਤੱਕ ਪਹੁੰਚ ਰਹੀਆਂ ਨੇ ਔਰ ਸਰਕਾਰ ਨੂੰ ਅਸੀਂ ਦੱਸ ਰਹੇ ਹਾਂ ਕਿ ਤੁਸੀਂ ਇਤਨਾ ਨਾ ਸੋਚੋ ਕਿ ਤੁਸੀਂ ਪਰੇਡ ਨੂੰ ਸਿਰਫ ਬਾਹਰ ਕਰ ਦਿੱਤਾ ਹੈ ਜੀ, ਤੁਸੀਂ ਇੱਕ ਰੈਜੀਮੈਂਟ ਨੂੰ ਬਾਹਰ ਕਰ ਦਿੱਤਾ ਨਹੀਂ, ਹਾਂਜੀ ਨੂੰ ਬਾਹਰ ਨਹੀਂ ਕੱਢਿਆ, ਤੁਸੀਂ ਇੱਕ ਕੌਮ ਨੂੰ ਜ਼ਖਮੀ ਕਰ ਦਿੱਤਾ, ਇੱਕ ਕੌਮ ਪੂਰੀ ਨੂੰ ਨਾਰਾਜ਼ ਕਰ ਦਿੱਤਾ, ਹਾਂਜੀ ਇੱਕ ਪੂਰੀ ਕੌਮ ਦੇ ਘਰ ਉਹਨਾਂ ਦੇ ਪਰਿਵਾਰਾਂ ਨੂੰ ਨਾਰਾਜ਼ ਕਰ ਦਿੱਤਾ, ਹਾਂਜੀ ਇੱਕ ਪੂਰੀ ਰੈਜੀਮੈਂਟ ਨੂੰ ਤੁਸੀਂ ਉਹਨਾਂ ਦਾ ਦਿਲ ਤੋੜ ਦਿੱਤਾ ਹੈ, ਤੁਸੀਂ ਉਹਨਾਂ ਦੇ ਮਾਣ ਤੇ ਸਨਮਾਨ ਤੇ ਚੋਟ ਕੀਤੀ ਹੈ। ਅਸੀਂ ਗੱਲਾਂ ਜਿਹੜੀਆਂ ਨੇ ਸਰਕਾਰ ਤੱਕ ਲਿਖ ਕੇ ਪਹੁੰਚਾ ਰਹੇ ਹਾਂ, ਰੋਜ਼ਾਨਾ ਅਖਬਾਰਾਂ ਦੇ ਵਿੱਚ ਲਿਖ ਰਹੇ ਹਾਂ, ਰੋਜ਼ਾਨਾ ਸਰਕਾਰ ਤੱਕ ਗੱਲਾਂ ਪਹੁੰਚਾਈਆਂ ਜਾ ਰਹੀਆਂ ਨੇ ਕਿ ਤੁਹਾਡਾ ਇਹ ਕਦਮ ਬਹੁਤ ਮਹਿੰਗਾ ਪਏਗਾ ਤੁਹਾਨੂੰ, ਕਿਉਂਕਿ ਸਿੱਖ ਕੌਮ ਜਿਹੜੀ ਹੈ ਉਹਨਾਂ ਦੇ ਮਨ ਦੇ ਵਿੱਚ ਇੱਕ ਗੱਲ ਵਸ ਗਈ ਹੈ ਕਿ ਤੁਸੀਂ ਜਿਹੜੇ ਹੋ ਸਾਡੀ ਇਨਸਲਟ ਕਰਨ ਤੇ ਲੱਗ ਗਏ ਜੀ। ਤੇ ਇਹ ਚੀਜ਼ਾਂ ਆ ਰਹੀਆਂ ਨੇ। ਹਾਂਜੀ ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਨਾਟ ਓਨਲੀ ਸਿੱਖ ਰੈਜੀਮੈਂਟ, ਜਦੋਂ ਹੋਰ ਵੀ ਬਾਕੀ ਸਾਰੇ ਬਹੁਤ ਸਾਰੇ ਰੈਜੀਮੈਂਟਸ ਹੁੰਦੇ ਨੇ ਜਿਹੜੇ ਇਕੱਠੇ ਬੋਰਡਰ 'ਤੇ ਜਾਂਦੇ ਨੇ, ਇਕੱਠੇ ਲੜਦੇ ਨੇ, ਸਭ ਕੁਝ ਇਕੱਠੇ ਹੁੰਦੇ, ਪਰ ਜਿਸ ਤਰ੍ਹਾਂ ਬਾਕੀ ਰੈਜੀਮੈਂਟਸ ਇਸ ਪਰੇਡ ਦਾ ਹਿੱਸਾ ਸੀਗੀ, ਨਾਟ ਓਨਲੀ ਸਿਰਫ ਸਿੱਖ ਰੈਜੀਮੈਂਟ ਨਹੀਂ ਸੀਗੀ, ਜਿਹੜੇ ਬਾਕੀ ਰੈਜੀਮੈਂਟ ਸੀਗੇ, ਐਜ਼ ਅ ਜਰਨਲਿਸਟ ਤੁਸੀਂ ਕਿਵੇਂ ਸਭ ਕੁਝ ਕਿਵੇਂ ਦੇਖਿਆ, ਕੀ ਸੁਣਿਆ, ਕਿਉਂਕਿ ਉਹਨਾਂ ਦਾ ਕੀ ਰਵੱਈਆ ਸੀਗਾ, ਉਹਨਾਂ ਦਾ ਅੱਗੇ ਕੀ ਉੱਤਰ ਸੀਗਾ, ਉਹਨਾਂ ਨੇ ਕੀ ਕਿਹਾ ਇਸ ਬਾਰੇ, ਕਿਉਂਕਿ ਇਹ ਆਏ ਨਹੀਂ ਹੈਗੇ, ਨਾਟ ਓਨਲੀ ਦੇ ਫੈਲਟ ਇਨਸਲਟਡ ਕਿ ਉੱਪਰ ਲਾਈਕ ਜਿਹੜੇ ਬਾਕੀ ਦੇ ਲੋਕ ਸੀਗੇ, ਬਾਕੀ ਰੈਜੀਮੈਂਟ ਦੇ ਸੋਲਜਰ ਸੀਗੇ, ਉਹਨਾਂ ਦਾ ਇਸ ਉੱਪਰ ਕੀ ਉਪਰਾਲਾ ਸੀਗਾ, ਉਹਨਾਂ ਨੇ ਕੁਝ ਕੀਤਾ ਇਸ ਬਾਰੇ? ਦੇਖੋ ਇੱਕ ਗੱਲ ਤੇ ਬੜੀ ਸਾਫ਼ ਹੈ, ਹਰ ਬੰਦਾ ਸੋਚਦਾ ਆਪਣੇ ਐਂਗਲ ਤੋਂ ਜੀ, ਔਰ ਫੌਜੀਆਂ ਦੇ ਸਿੱਖ ਫੌਜੀਆਂ ਦੇ ਦਿਮਾਗ ਵਿੱਚ ਗੱਲ ਆਪਣੇ ਤਰੀਕੇ ਨਾਲ ਹੈ ਜੀ, ਔਰ ਸੰਘ ਪਰਿਵਾਰ ਦੇ ਮਾਈਂਡ ਦੇ ਵਿੱਚ ਗੱਲ ਜਿਹੜੀ ਹੈ ਉਹ ਆਪਣੇ ਤਰੀਕੇ ਨਾਲ ਹੈ, ਔਰ ਦੂਸਰੀਆਂ ਰੈਜੀਮੈਂਟਸ ਦੇ ਦਿਮਾਗ ਵਿੱਚ ਗੱਲ ਆਪਣੇ ਤਰੀਕੇ ਨਾਲ। ਗੱਲ ਕਿਸ ਤਰ੍ਹਾਂ ਹੈ ਜੀ ਕਿ ਸਿੱਖ ਜਿਹੜਾ ਫੌਜੀ ਆ ਉਹ ਸੋਚਦਾ ਕਿ ਮੇਰੀ ਇਨਸਲਟ ਹੋਈ ਹੈ, ਮੇਰੀ ਇਨਸਲਟ ਕੀਤੀ ਹੈ ਸਰਕਾਰ ਨੇ, ਇੰਡੀਅਨ ਆਰਮੀ ਨੇ, ਔਰ ਜਿਹੜੀਆਂ ਇਹ ਸੁਨੇਹਾ ਦਿੱਤਾ ਗਿਆ ਕਿ ਦੂਸਰੀਆਂ ਰੈਜੀਮੈਂਟ ਜਿਹੜੀਆਂ ਨੇ ਬੜੀਆਂ ਬਹਾਦਰ ਔਰ ਬੜੇ ਸੂਰਮੀ ਨੇ। ਇਹ ਇੱਕ ਨੈਚੁਰਲ ਹੈ, ਜਿਹੜੇ ਗਏ ਨੇ ਉਹ ਬੜੇ ਬਹਾਦਰ ਰੈਜੀਮੈਂਟਸ ਵਾਲੇ ਜੀ, ਬੜੇ ਸੂਰਮੇ ਨੇ। ਕਿਉਂ ਇਹਨਾਂ ਨੂੰ ਬਾਹਰ ਕੱਢਿਆ ਔਰ ਕਿਉਂ ਉਹਨਾਂ ਨੂੰ ਅੰਦਰ ਰੱਖਿਆ? ਇਹਦਾ ਕਾਰਨ ਕੀ ਹੈ? ਕੋਈ ਕਾਰਨ ਨਹੀਂ, ਬਿਲਕੁਲ ਵੈਲ ਪਲਾਨ ਔਰ ਵੈਲ ਆਰਗੇਨਾਈਜ਼ ਇੱਕ ਗਵਰਨਮੈਂਟ ਦੀ ਮੂਵ ਸੀ, ਡਾਇਰੈਕਸ਼ਨ ਸੀ ਸੰਘ ਪਰਿਵਾਰ ਦੀ, ਔਰ ਦੂਸਰੀਆਂ ਰੈਜੀਮੈਂਟਸ ਜਿਹੜੀਆਂ ਨੇ ਬੜੀਆਂ ਬਹਾਦਰ ਸੂਰਮੇ ਸੂਰਵੀਰ ਨੇ, ਔਰ ਤੁਸੀਂ ਜਿਹੜੇ ਉਹ ਤੁਹਾਨੂੰ ਅਸੀਂ ਬਾਹਰ ਜਿੱਦਾਂ ਕ੍ਰਿਕਟ ਖੇਡਦੇ ਹਾਂ, ਤੁਸੀਂ 11 ਪਲੇਅਰ ਜਿਹੜੇ ਚੰਗੇ ਚੈਂਪੀਅਨ ਨੇ ਉਹਨਾਂ ਨੂੰ ਕ੍ਰਿਕਟ ਖਿਲਾਣੇ ਆ ਜੀ, ਜਿਹੜਾ 12ਵਾਂ 13ਵਾਂ 14ਵਾਂ 15ਵਾਂ ਖਿਲਾੜੀ ਉਹ ਬਾਹਰ ਬੈਠਦਾ, ਅਸੀਂ ਤੇ ਬੈਠ ਕੇ ਬਾਹਰ, ਸਾਡੀ ਕੌਮ ਤੇ ਬੈਠ ਕੇ ਬਾਹਰ ਇਹ ਸੂਰਮੇ ਖੇਲ ਰਹੇ ਨੇ। ਗੱਲ ਇਤਨੀ ਹੈ, ਇਹ ਗੱਲ ਸਮਝਣ ਵਾਲੀ ਹੈ ਬਿਲਕੁਲ, ਔਰ ਲਿਖਣ ਵਾਲੇ ਬੰਦੇ, ਸਮਝਣ ਵਾਲੇ ਬੰਦੇ, ਥਿੰਕ ਟੈਂਕ ਔਰ ਕੌਮ ਦੇ ਬਾਰੇ ਦੂਰ ਦ੍ਰਿਸ਼ਟੀ ਰੱਖਣ ਵਾਲੇ ਡਾਕਟਰ ਅਮਰਜੀਤ ਸਿੰਘ ਵਰਗੇ ਬੰਦੇ ਜਿਹੜੇ ਨੇ ਉਹ ਦੂਰ ਦੀ ਗੱਲ ਸੋਚਦੇ ਨੇ। ਉਹ ਇੱਕ ਤੁਸੀਂ ਸਮਝ ਸਕਦੇ ਹੋ ਥੱਪੜ ਹੈ ਬਿਲਕੁਲ, ਇੱਕ ਚਪੇੜ ਹੈ ਜੀ, ਇਹ ਇੱਕ ਇਨਸਲਟ ਹੈ ਜੀ। ਇਹ ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਜਿਹੜੇ ਹੋ ਬਾਹਰ ਬੈਠੋ, ਤੁਸੀਂ ਬੈਰਕਾਂ 'ਚ ਬੈਠੋ ਬਿਲਕੁਲ। ਅੱਜ ਜਿਹੜੇ ਪਰੇਡ ਤੇ ਸੂਰਮੇ ਸਾਰਾ ਸੰਸਾਰ ਇਸ ਪਰੇਡ ਨੂੰ ਦੇਖ ਰਿਹਾ ਹੈ, ਦੁਨੀਆ ਭਰ ਦੇ ਲੋਕ ਆ ਚੈਨਲਾਂ ਤੇ ਦੇਖ ਰਹੇ ਨੇ, ਹਿੰਦੁਸਤਾਨ ਦਾ ਬੱਚਾ ਗਣਤੰਤਰ ਦਿਵਸ ਦੀ ਪਰੇਡ ਨੂੰ ਦੇਖ ਰਿਹਾ। ਉਸ ਪਰੇਡ ਦੇ ਵਿੱਚ ਪਗੜੀ ਵਾਲਾ ਨਹੀਂ ਆਇਆ,
ਉਸ ਪਰੇਡ ਦੇ ਵਿੱਚ ਸਿੱਖ ਨਹੀਂ ਆਇਆ ਜੀ। ਤੁਸੀਂ ਫਰਾਂਸ ਦੇ ਰਾਸ਼ਟਰਪਤੀ ਨੂੰ ਵੀ ਦੱਸ ਦਿੱਤਾ ਹੈ जी। कि सब हैं, वो बहुत इंपॉर्टेंट नहीं है, वो बहुत इतने बड़े बहादुर और सुरमे नहीं है, जबकि फ्रांस ਨੂੰ ਪਤਾ ਅਸੀਂ ਕੌਣ ਹੁੰਨੇ ਆ। ਹਾਂਜੀ ਬਿਲਕੁਲ। ਹਿਸਟਰੀ ਨੂੰ ਪਤਾ ਅਸੀਂ ਕੌਣ ਹੁੰਨੇ ਆ, ਇਤਿਹਾਸਕਾਰਾਂ ਨੂੰ ਪਤਾ ਅਸੀਂ ਕੌਣ ਹੁੰਨੇ ਆ। ਅਸੀਂ ਕੀ ਕਾਰਨਾਮੇ ਕਰਕੇ ਨੇ, ਅਸੀਂ ਫਰਾਂਸ ਦੇ ਨਾਲ ਮਿਲ ਕੇ ਕੀ ਕੀਤਾ। ਸਾਡਾ ਫਰਾਂਸ ਦੀਆਂ ਦੀਵਾਰਾਂ ਦੇ ਉੱਤੇ ਸਾਡੇ ਨਾਂ ਕਿਸ ਤਰ੍ਹਾਂ ਚਮਕਦੇ ਨੇ, ਉਸ ਫਰਾਂਸ ਨੂੰ ਪਤਾ है। बिल्कुल। पर इस वक्त भी हुकूमत ने एक सुनेहा दिता है जी कि नहीं, यहाँ बहुत लोग हैं, यहाँ बहुत रेजिमेंट्स हैं जी, सिर्फ सरदार ही नहीं है। ਬਿਲਕੁਲ ਅਮੀਵੀਰ ਜੀ, ਬਿਲਕੁਲ ਸਹੀ ਗੱਲ ਕੀਤੀ। ਜਦੋਂ ਬਾਰਡਰ ਦੇ ਉੱਪਰ ਹਮਲਾ ਹੁੰਦਾ ਹੈ ਉਸ ਵੇਲੇ ਸਭ ਤੋਂ ਪਹਿਲਾਂ ਇਹਨੂੰ ਸਿੱਖ ਰੈਜੀਮੈਂਟ ਯਾਦ ਆ ਜਾਂਦੀ ਹੈ। ਉਸ ਵੇਲੇ ਸਾਰੇ ਕਿਸੇ ਜਾਨ ਦੀ ਹੁੰਦੀ ਹੈ ਕੀਮਤ, ਉਸ ਵੇਲੇ ਇਹ ਸਾਰੇ ਸਿੱਖ ਰੈਜੀਮੈਂਟ ਨੂੰ ਅੱਗੇ ਕਰਦੇ ਨੇ ਲੜਾਈਆਂ ਕਰਨ ਲਈ ਦੂਸਰੇ ਦੇਸ਼ਾਂ ਦੇ ਨਾਲ। ਪਰ ਜਦੋਂ ਹੁਣ ਸਾਰੀ ਆਇਡੈਂਟਿਟੀ ਦੀ ਗੱਲ ਆਈ, ਸਪੈਸ਼ਲੀ ਫਰਾਂਸ ਦੇ ਮਿਨਿਸਟਰ ਸਾਹਮਣੇ ਆਇਡੈਂਟਿਟੀ ਦੀ ਗੱਲ ਆਈ ਆ, ਤਾਂ ਇੱਕਦਮ ਸਿੱਖ ਰੈਜੀਮੈਂਟ ਨੂੰ ਪਿੱਛੇ ਕਰ ਦਿੱਤਾ ਗਿਆ। ਸੋ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਦੇ ਉੱਪਰ ਆਰਟੀਕਲ ਵੀ ਲਿਖਿਆ ਤੇ ਇਹਨਾਂ ਲੋਕਾਂ ਤੱਕ ਪਹੁੰਚ ਵੀ ਕੀਤੀ। ਵੀਰ ਜੀ ਤੁਸੀਂ ਗੱਲ ਕੀਤੀ ਸੰਘ ਪਰਿਵਾਰ ਦੀ, ਸੰਘ ਪਰਿਵਾਰ ਦਾ ਚਿਹਰਾ ਤਾਂ ਸਾਹਮਣੇ ਆ ਗਿਆ ਇਸ ਮੁੱਦੇ ਦੇ ਉੱਪਰ, ਪਰ ਜਿਸ ਤਰ੍ਹਾਂ ਬਾਦਲ ਪਰਿਵਾਰ ਸੀਗਾ ਜੋ ਐਸਜੀਪੀ ਸੀ ਉਹਨਾਂ ਦਾ ਚਿਹਰਾ ਵੀ ਸਾਹਮਣੇ ਆਇਆ, ਕਿਉਂਕਿ ਸੇਮ ਜਿਹੜਾ ਫਰਾਂਸ ਦਾ ਮਿਨਿਸਟਰ ਸੀਗਾ, ਇਹ ਜੋ ਚੰਡੀਗੜ੍ਹ ਗਿਆ ਸੀਗਾ, ਇਹਨਾਂ ਨੇ ਵੀ ਦਸਤਾਰ ਦੇ ਉੱਪਰ, ਇਹਨਾਂ ਨੇ ਵੀ ਕੋਈ ਜਿਹੜਾ ਟਰਬਨ ਇਸ਼ੂ ਚੱਲਦਾ ਪਿਆ ਫਰਾਂਸ ਦੇ ਉੱਪਰ ਕੋਈ ਗੱਲਬਾਤ ਨਹੀਂ ਕੀਤੀ। ਬੇਸਿਕਲੀ ਉਹਨਾਂ ਨੂੰ ਘੁਮਾ ਫਿਰਾ ਕੇ ਚੰਡੀਗੜ੍ਹ ਦਾ ਜਿਹੜਾ ਟੂਰ ਸੀਗਾ ਕਰਵਾ ਕੇ ਵਾਪਿਸ ਭੇਜ ਦਿੱਤਾ। ਇਹਨਾਂ ਨੇ ਵੀ ਬਹੁਤ ਆਪਣੇ ਵੱਲੋਂ ਨਿਕੰਮੀ ਦਿਖਾਈ ਹੈ, ਇਹ ਵੀ ਇਸ ਚੀਜ਼ ਦੇ ਉੱਪਰ ਗੱਲਬਾਤ ਕਰ ਸਕਦੇ ਸੀ, ਪਰ ਇਹਨਾਂ ਨੇ ਵੀ ਨਹੀਂ ਕੀਤੀ। ਓਵਰਆਲ ਜਿਹੜਾ ਇਹਨਾਂ ਨੇ ਬਸ ਹੁਣ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਆਰਟੀਕਲਸ ਲਿਖੇ ਨੇ, ਆਪਣੇ ਭਾਸ਼ਣ ਦਿੱਤੇ ਨੇ ਕਿ ਆ ਸਹੀ ਨਹੀਂ ਕੀਤਾ ਰੈਜੀਮੈਂਟ ਨੂੰ ਵਿੱਚ ਸ਼ਾਮਿਲ ਕਰਕੇ। ਉੱਪਰ ਜਿਹੜਾ ਬਾਦਲ ਦਾ ਪਰਿਵਾਰ ਦਿੱਲੀ ਦੇ ਵਿੱਚ ਵਸਦਾ ਹੈਗਾ ਵਾ, ਮਨਜੀਤ ਸਿੰਘ ਜੀ ਕੇ ਵਰਗੇ, ਉਹਨਾਂ ਨੇ ਵੀ ਇਹਦੇ ਉੱਪਰ ਲਿਖਿਆ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਤੁਸੀਂ ਇੱਕ ਗੱਲ ਤੇ ਮੰਨ ਕੇ ਚੱਲੋ ਜੀ ਕਿ ਸਿੱਖ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ। ਤੁਸੀਂ ਵੀ ਸਿੱਖ ਹੁੰਦੇ ਹੋ ਜੀ। ਸਿੱਖ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ, ਹਰ ਚੀਜ਼ ਭੁੱਖਾ ਰਹਿ ਸਕਦਾ ਹੈ, ਗਰੀਬੀ ਕੱਟ ਸਕਦਾ ਹੈ, ਮਿਹਨਤ ਕਰ ਸਕਦਾ ਹੈ, ਲੜ ਸਕਦਾ ਹੈ, ਸਭ ਕੁਝ ਕਰ ਸਕਦਾ ਹੈ। ਸਿੱਖ ਦੀ ਇੱਕ ਗੱਲ ਬੜੀ ਜਿਹੜੀ ਹੈ ਹਰ ਸਿੱਖ ਨਾਲ ਜੁੜੀ ਹੋਈ, ਉਹ ਸਿੱਖ ਇਨਸਲਟ ਜਿਹੜੀ ਹੈ ਨਾ ਉਹ ਬਰਦਾਸ਼ਤ ਨਹੀਂ ਕਰ ਸਕਦਾ। ਇਹ ਇੱਕ ਸੁਭਾਵਿਕ ਤੌਰ ਤੇ ਹੈ। ਬਿਲਕੁਲ ਜਿੱਥੇ ਵੀ ਦੁਨੀਆ 'ਚ ਬੈਠਾ ਸਿੱਖ ਸਭ ਤੋਂ ਪਹਿਲੇ ਉਹ ਆਪਣਾ ਮਾਨ ਤੇ ਸਨਮਾਨ ਚਾਹੁੰਦਾ ਹੈ। ਉਹ ਚਾਹੁੰਦਾ ਕਿ ਮੇਰੀ ਰਿਸਪੈਕਟ ਹੋਵੇ, ਮੇਰੀ ਇੱਜ਼ਤ ਹੋਵੇ ਔਰ ਮੇਰੀ ਇਨਸਲਟ ਨਾ ਹੋਵੇ। ਆਹ ਜਿਹੜਾ ਕੰਮ ਹੋਇਆ ਇਨਸਲਟ ਹੋਈ ਹੈ। ਔਰ ਪੂਰੇ ਸਿੱਖ ਕੌਮ ਦੇ ਵਿੱਚ ਚਰਚਾ ਹਿੰਦੁਸਤਾਨ ਦੇ ਵਿੱਚ ਹਰ ਸਿੱਖ ਦੇ, ਕਿਉਂਕਿ ਮੰਚ ਨਹੀਂ ਹੈਗਾ ਸਾਡੇ ਕੋਲ, ਸਾਡੇ ਕੋਲ ਚੈਨਲ ਨਹੀਂ ਹੈਗੇ, ਸਾਡੇ ਕੋਲ ਮੀਡੀਆ ਨਹੀਂ ਹੈਗਾ, ਸਾਡੇ ਸਟੇਜਾਂ ਨਹੀਂ ਹੈਗੀਆਂ, ਸਾਡੇ ਕੋਲ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੋਂ ਅਸੀਂ ਦੱਸ ਸਕੀਏ ਕਿ ਅਸੀਂ ਸਾਰੇ ਬੜੇ ਭੜਕੇ ਹੋਏ ਹਾਂ ਤੇ ਬੜੇ ਨਾਰਾਜ਼ ਹਾਂ। ਕਿਉਂਕਿ ਲੀਡਰਸ਼ਿਪ ਜਿਹਨੇ ਲੀਡ ਕਰਨਾ, ਗੁਰਦੁਆਰਿਆਂ ਦਾ ਕੰਟਰੋਲ ਜਿਨ੍ਹਾਂ ਕੋਲ ਹੈ ਉਹ ਮੋਦੀ ਦੇ ਦੋਸਤ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਨ੍ਹਾਂ ਦਾ ਕੰਟਰੋਲ ਹੈ ਉਹ ਮੋਦੀ ਦੇ ਦੋਸਤ ਨੇ। ਇਤਨੇ ਡੇਰਿਆਂ ਵਾਲੇ ਬਾਬੇ ਛੋਟੇ ਮੋਟੇ ਨੇ, ਸਾਰੇ ਬਾਦਲਾਂ ਦੇ ਨਾਲ ਜੁੜੇ ਹੋਏ ਨੇ ਜੀ। ਗੁਰਦੁਆਰਾ ਕਮੇਟੀਆਂ ਇਹਨਾਂ ਨਾਲ ਜੁੜੀਆਂ ਹੋਈਆਂ, ਬਾਦਲ ਪਰਿਵਾਰ ਸੰਘ ਪਰਿਵਾਰ ਨਾਲ ਜੁੜਿਆ ਹੋਇਆ। ਸਾਡੀ ਬਦਕਿਸਮਤੀ ਆ ਜਿਹੜੀ ਸਾਡੀ ਬਦਕਿਸਮਤੀ ਆ ਇਸ ਕਰਕੇ। ਪਰ ਇਹਨਾਂ ਨੂੰ ਪਤਾ ਲੱਗ ਗਿਆ ਹੈ, ਬਾਦਲ ਪਰਿਵਾਰ ਨੂੰ, ਸ਼੍ਰੋਮਣੀ ਕਮੇਟੀ ਨੂੰ, ਦਿੱਲੀ ਕਮੇਟੀ ਨੂੰ, ਇਹਨਾਂ ਨੂੰ ਪਤਾ ਲੱਗ ਗਿਆ ਕਿ ਸਿੱਖਾਂ 'ਚ ਬੜਾ ਰੋਸ਼ ਹੈ, ਸਿੱਖ ਗੁੱਸੇ 'ਚ ਨੇ, ਸਿੱਖ ਤੱਪੇ ਹੋਏ ਨੇ। ਸਿੱਖਾਂ ਨੂੰ ਠੰਡਾ ਕਰਨ ਵਾਸਤੇ ਆਪਾਂ ਥੋੜਾ ਬਹੁਤ ਬਿਆਨਬਾਜ਼ੀ ਕਰੀਏ ਜੀ। ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਭਰਾਓ ਅਸੀਂ ਤੁਹਾਨੂੰ ਥੋੜਾ ਚਿੱਠੀਆਂ ਪਾਵਾਂਗੇ, ਤੁਹਾਨੂੰ ਅਸੀਂ ਸਟੇਟਮੈਂਟਾਂ ਥੋੜੀਆਂ ਦਾਂਗੇ, ਤੁਸੀਂ ਸਾਨੂੰ ਅੱਗੋਂ ਕਹਿ ਦੇਣਾ ਕਿ ਅੱਗੋਂ ਅਸੀਂ ਤੁਹਾਡਾ ਧਿਆਨ ਰੱਖਾਂਗੇ। ਵਰਨਾ ਅਕਾਲੀ ਜੇ ਸੜਕਾਂ ਤੇ ਹੁੰਦੇ, ਰਾਜ ਭਾਗ 'ਚ ਨਾ ਹੁੰਦੇ, ਜੇ ਤੁਸੀਂ ਸੰਘ ਪਰਿਵਾਰ ਦੇ ਯਾਰ ਨਾ ਹੁੰਦੇ ਤੇ ਇਹਨਾਂ ਨੇ ਧਰਨੇ, ਮੁਜ਼ਾਹਰੇ, ਗ੍ਰਿਫਤਾਰੀਆਂ, ਕੀਨਾ ਰੋਲਾ ਪਾ ਛੱਡਣਾ। ਸਾਰੇ ਰਾਜ ਦੇ ਭੁੱਖੇ ਰਾਜ ਕਰਕੇ ਸੰਘ ਪਰਿਵਾਰ ਨਾਲ ਜੁੜੇ ਹੋਏ ਨੇ। ਔਰ ਸੰਘ ਪਰਿਵਾਰ ਨੂੰ ਪਤਾ ਹੈ ਕਿ ਇਹ ਸਾਡੇ ਤੋਂ ਦੂਰ ਨਹੀਂ ਜਾ ਸਕਦੇ, ਇਹ ਭੱਜ ਨਹੀਂ ਸਕਦੇ, ਇਹਨਾਂ ਨੂੰ ਕੁਰਸੀ ਚਾਹੀਦੀ ਹੈ, ਇਹਨਾਂ ਨੂੰ ਰਾਜ ਚਾਹੀਦਾ ਹੈ ਔਰ ਐਸੀ ਹੀ ਦੇਣਾ ਹੈ। ਸੰਘ ਪਰਿਵਾਰ ਨੂੰ ਪਤਾ ਹੈ ਕਿ ਬੀਜੇਪੀ ਨੇ ਹੀ ਇਹਨਾਂ ਨੂੰ ਪਾਵਰ ਦੇਣੀ ਹੈ। ਸੰਘ ਪਰਿਵਾਰ ਨੂੰ ਪਤਾ ਇਹਨਾਂ ਨੇ ਜਾਣਾ ਕਿੱਥੇ ਵੀ ਨਹੀਂ, ਔਰ ਇਹਨਾਂ ਨੂੰ ਵੀ ਪਤਾ ਹੈ ਕਿ ਆਪਾਂ ਕਿੱਥੇ ਜਾ ਕੇ ਰਾਜ ਕਰਨਾ ਤੇ ਸੰਘ ਪਰਿਵਾਰ ਨਾਲ ਮਿਲ ਕੇ ਰਹਿਣਾ, ਇਹਨਾਂ ਨੂੰ ਵੀ ਪਤਾ ਹੈ। ਇਸ ਕਰਕੇ ਇਹ ਸਿਰਫ ਸਟੇਟਮੈਂਟ ਨਾਲ ਕੁਝ ਨਹੀਂ ਹੁੰਦਾ ਜੀ, ਕੁਝ ਨਹੀਂ ਹੁੰਦਾ। ਇੱਕ ਪੂਰੀ ਕੌਮ ਦੀ ਇਨਸਲਟ ਹੋ ਗਈ ਹੈ।
ਇਹ ਇਨਸਲਟ ਤੁਸੀਂ ਗੱਲ ਸਮਝੋ, ਸਿਰਫ ਇਹ ਹੁਣ ਸਿੱਖ ਰੈਜੀਮੈਂਟ ਤੱਕ ਗੱਲ ਨਹੀਂ ਹੈ ਜੀ। ਇਹ ਪਹਿਲਾਂ ਇੱਕ ਹਲਕਾ ਜਿਹਾ ਸਰਕਾਰਾਂ ਥੱਪੜ ਮਾਰਦੀਆਂ ਹਾਂਜੀ, ਉਹ ਫਿਰ ਦੇਖਦੀਆਂ ਨੇ ਕਿ ਕਿੰਨਾ ਰਿਐਕਸ਼ਨ ਹੈ ਜੀ, ਫਿਰ ਉਹ ਮੁੱਕਾ ਮਾਰਦੀਆਂ, ਫਿਰ ਦੇਖਦੀਆਂ ਨੇ ਕਿੰਨਾ ਰਿਐਕਸ਼ਨ ਹੈ, ਫਿਰ ਉਹ ਸੋਟਾ ਮਾਰਦੀਆਂ, ਦੇਖਦੇ ਨੇ ਹੁਣ ਕਿੰਨਾ ਰਿਐਕਸ਼ਨ ਹੈ। ਇਹ ਸਾਨੂੰ 1 by 1 ਸਾਨੂੰ ਤੁਸੀਂ ਸਾਡੀ ਥੱਪੜ ਮਾਰ ਰਹੇ ਹੋ, ਸਾਨੂੰ ਤੁਸੀਂ ਦੇਖ ਰਹੇ ਹੋ ਕਿ ਸਾਡੇ ਵਿੱਚ ਕੌਮ ਦੇ ਵਿੱਚ ਬੁਖਾਰ ਕਿਤਨਾ ਹੈ, ਗਰਮੀ ਕਿਤਨੀ ਹੈ, ਲੜਨ ਔਰ ਜੂਝਣ ਦੀ ਤਾਕਤ ਕਿਤਨੀ ਹੈ ਜੀ। ਹਾਂ, ਸਰਕਾਰ ਜਿਹੜੀ ਹੈ ਬੜੇ ਤਰੀਕੇ ਨਾਲ ਸੰਘ ਪਰਿਵਾਰ ਦੀ ਰਣਨੀਤੀ ਦੇ ਤਹਿਤ ਕੰਮ ਕਰ ਰਹੀ ਹੈ ਔਰ ਸਾਡਾ ਭਾਈਚਾਰਾ ਬਦਕਿਸਮਤੀ ਨਾਲ ਸੰਘ ਪਰਿਵਾਰ ਨਾਲ ਦੋਸਤੀ ਕਰਕੇ ਬੈਠਾ ਹੈ। ਵਰਨਾ ਇਹ ਇਸ਼ੂ ਜਿਹੜਾ ਹੈ ਜੀ ਸਿੱਖ ਕੌਮ ਦੇ ਪੂਰੇ ਮਾਨ ਤੇ ਸਨਮਾਨ ਨਾਲ ਸਿੱਧਾ ਜੁੜਿਆ ਹੋਇਆ ਹੈ। ਬਿਲਕੁਲ। ਔਰ ਇੱਥੇ ਅਕਾਲੀ ਭਰਾਵਾਂ ਨੂੰ ਚਾਹੀਦਾ ਸੀ, ਗੁਰਦੁਆਰਾ ਕਮੇਟੀਆਂ ਨੂੰ ਚਾਹੀਦਾ ਸੀ, ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਵੱਡੇ ਪੱਧਰ ਤੇ ਰੈਲੀਆਂ ਤੇ ਮੁਜ਼ਾਹਰੇ ਕਰਦੇ ਔਰ ਮੀਡੀਆ ਨੂੰ ਆਪਣੀ ਤਰਫ ਖਿੱਚਦੇ ਔਰ ਸੰਸਾਰ ਭਰ ਦੇ ਲੋਕਾਂ ਨੂੰ ਆਪਣੇ ਤਰਫ ਖਿੱਚਦੇ ਔਰ ਲੋਕਾਂ ਨੂੰ ਇੱਕ ਸੁਨੇਹਾ ਦਿੰਦੇ ਕਿ ਇਸ ਦੇਸ਼ ਦੇ ਵਿੱਚ ਡੈਮੋਕ੍ਰੇਸੀ ਹੈ, ਇਸ ਦੇਸ਼ 'ਚ ਸਾਡਾ ਵੀ ਹਿੱਸਾ ਹੈ, ਇਸ ਦੇਸ਼ 'ਚ ਅਸੀਂ ਵੀ ਰਹਿੰਦੇ ਹਾਂ, ਇਸ ਦੇਸ਼ 'ਚ ਸਾਡਾ ਵੀ ਬੜਾ ਵੱਡਾ ਰੋਲ ਹੈ, ਅਸੀਂ ਵੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਬਹੁਤ ਕੁਝ ਕੀਤਾ ਹੈ, ਇਸ ਦੇਸ਼ ਨੂੰ ਅੱਗੇ ਲੈ ਜਾਣ ਵਾਸਤੇ ਬਹੁਤ ਕੁਝ ਕੀਤਾ ਹੈ, ਸਾਡੀ ਤੁਸੀਂ ਐਗਜ਼ਿਸਟੈਂਸ ਨੂੰ ਕਿਸ ਤਰ੍ਹਾਂ ਜ਼ੀਰੋ ਕਰ ਸਕਦੇ ਹੋ। ਬਿਲਕੁਲ ਇਹਨਾਂ ਨੂੰ ਚਾਹੀਦਾ ਸੀਗਾ, ਪਰ ਇਹ ਦੌਰ ਜਿਹੜਾ ਨਾ ਬੜਾ ਢਹਿੰਦੀ ਕਲਾ ਦਾ ਹੈ, ਬੜਾ ਢਹਿੰਦੀ ਕਲਾ ਦਾ ਹੈ ਔਰ ਮੈਨੂੰ ਲੱਗ ਰਿਹਾ ਕਿ ਇਸ ਤਰ੍ਹਾਂ ਦੇ ਹਮਲੇ ਹਾਲੀ ਹੋਰ ਹੋਣਗੇ। ਜੀ ਬਿਲਕੁਲ ਵੀਰ ਜੀ, ਮੈਂ ਜਿਸ ਗੱਲ ਕੀਤੀ ਕਿ ਪਹਿਲਾਂ ਚਪੇੜ ਮਾਰ ਕੇ ਦੇਖਦੇ, ਫਿਰ ਮੁੱਕਾ ਮਾਰ ਕੇ ਦੇਖਦੇ ਆ, ਫਿਰ ਕੁਛ ਹੋਰ ਮਾਰ ਕੇ ਦੇਖਦੇ ਆ, ਪਰ ਜਿਸ ਤਰ੍ਹਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੁੰਦੀ, ਇਹਨਾਂ ਨੇ ਇਹ ਵੀ ਦੇਖਿਆ ਕਿ ਸਿੱਖਾਂ ਨੇ ਉਸ ਦੇ ਉੱਪਰ ਕਿਸ ਤਰ੍ਹਾਂ ਦਾ ਰਿਐਕਟ ਕੀਤਾ ਹੈ। ਮਾਨ ਸਨਮਾਨ ਦੀ ਤੁਸੀਂ ਗੱਲ ਕੀਤੀ ਹੈ, ਅਗਰ ਤੁਸੀਂ ਗੱਲ ਕੀਤੀ ਹੈ ਕਿ ਸਾਡਾ ਆਪਣਾ ਮੰਚ ਨਹੀਂ, ਆਪਣਾ ਮੀਡੀਆ ਨਹੀਂ, ਜਿਸ ਤਰ੍ਹਾਂ ਸਰਬੱਤ ਖਾਲਸਾ ਬੁਲਾਇਆ ਗਿਆ ਉਸ ਤੋਂ ਕਿਸ ਤਰ੍ਹਾਂ ਜਿਹੜੇ ਲੋਕ ਸੀਗੇ ਉੱਥੇ ਆਗੂ ਸੀ ਉਹਨਾਂ ਤੇ ਕਿਸ ਤਰ੍ਹਾਂ ਦੇਸ਼ ਤੋਂ ਦੇ ਕੇਸਿਸ ਭਾਰਤ ਕੇ ਬਿਨਾਂ ਵਜ੍ਹਾ ਤੋਂ। ਸੋ ਵੀਰ ਜੀ ਕੀ ਕੀਤਾ ਜਾ ਸਕਦਾ ਹੈ ਇਸ ਉੱਪਰ, ਸਭ ਤੋਂ ਉੱਪਰ ਕੀ, ਕਿਉਂਕਿ ਭਾਰਤ ਦੇਸ਼ ਦੇ ਵਿੱਚ ਅਸੀਂ ਆਵਾਜ਼ ਉਠਾ ਸਕਦੇ, ਸਾਡਾ ਆਪਣਾ ਮੀਡੀਆ ਹੈ, ਅਸੀਂ ਗੱਲਬਾਤ ਕਰ ਸਕਦੇ ਹਾਂ ਇਹਨਾਂ ਇਸ਼ੂ ਦੇ ਉੱਪਰ, ਇਹਨਾਂ ਨੂੰ ਅਸੀਂ ਦੂਰਦਰਸ਼ੀ ਪ੍ਰਭਾਵ ਵੀ ਦੇਖ ਸਕਦੇ ਹਾਂ, ਪਰ ਜਿਹੜਾ ਪੰਜਾਬ ਦੇ ਵਿੱਚ ਹੈ ਜਾਂ ਇੰਡੀਆ ਦੇ ਵਿੱਚ ਸਿੱਖ ਬਸਦਾ ਹੈ ਉਹ ਇਸ ਦੇ ਉੱਪਰ ਕਿਵੇਂ ਰਿਐਕਟ ਕਰੇ, ਉਹ ਇਸ ਦੇ ਉੱਪਰ ਕੀ ਕਰ ਸਕਦਾ, ਇਸ ਬਾਰੇ ਜ਼ਰੂਰ ਆਪਣੇ ਵਿਊਅਰਸ ਨੂੰ ਦਿਓ ਕਿਉਂਕਿ ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ ਐਟ ਦੀ ਐਂਡ। ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, TV 84 ਦੇ ਮੰਚ ਤੇ ਜੀ ਇਹ ਕੌਮ ਲਈ ਬੜਾ ਔਖਾ ਦੌਰ ਚੱਲ ਰਿਹਾ ਹੈ ਹਿੰਦੁਸਤਾਨ ਦੇ ਵਿੱਚ ਜੀ ਔਰ ਪੰਜਾਬ ਦੇ ਵਿੱਚ। ਕੌਮ ਦੇ ਵਿੱਚ ਜਿਹੜਾ ਇਹ ਢਹਿੰਦੀ ਕਲਾ ਦਾ ਦੌਰ ਚੱਲ ਰਿਹਾ ਹੈ, ਇਸ ਦਾ ਕਾਰਨ ਜਿਹੜਾ ਸਭ ਤੋਂ ਵੱਡਾ ਇੱਕੋ ਪਰਿਵਾਰ ਹੈ, ਬਾਦਲ ਪਰਿਵਾਰ, ਜਿਹਨੇ ਕੌਮ ਨੂੰ ਕੰਟਰੋਲ ਵਿੱਚ ਕਰ ਰੱਖਿਆ, ਜਿਹਨੇ ਸਾਰੇ ਖੋਲੇ ਨੇ। ਸਭ ਤੋਂ ਸਟੇਜਾਂ ਵੱਡੀਆਂ ਗੁਰਦੁਆਰਾ ਕਮੇਟੀ ਦੀਆਂ ਹੈਗੀਆਂ ਨੇ, ਅਸੀਂ ਸ਼੍ਰੋਮਣੀ ਗੁਰਦੁਆਰਾ ਕਮੇਟੀ, ਸਾਡੇ ਕੋਲ ਮੰਚ ਨਹੀਂ ਹੈਗਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਚ ਨਹੀਂ ਹੈ, ਦੂਸਰੇ ਸਾਰੇ ਮੰਚਾਂ ਤੇ ਇਹਨਾਂ ਦਾ ਕੰਟਰੋਲ ਹੈ, ਇਹਨਾਂ ਕੋਲ ਪਾਵਰ ਹੈ, ਰੁਪਇਆ ਹੈ, ਤਾਕਤ ਹੈ, ਸੰਘ ਪਰਿਵਾਰ ਹੈ, ਡੇਰਿਆਂ ਦੇ ਬਾਬੇ ਇਹਨਾਂ ਦੇ ਕੋਲ ਹੈ, ਇਹਨਾਂ ਕੋਲ ਸਭ ਕੁਛ ਹੈ। ਇਹ ਔਖਾ ਵਕਤ ਆ ਗਿਆ ਕੌਮ ਲਈ, ਹੁਣ ਤੇ ਗੁਰੂ ਸਾਹਿਬ ਕਿਰਪਾ ਕਰਨ। ਇਹ ਔਖਾ ਵਕਤ ਤੇ ਸਿੱਖ ਕੌਮ ਨੂੰ ਕਈ ਕੁਛ ਹੁਣ ਸਾਲ ਮੈਂ ਸਮਝਦਾ ਕਿ ਹਿੰਦੁਸਤਾਨ ਦੇ ਵਿੱਚ ਬਹੁਤ ਸਾਲ ਹੁਣ ਸਿੱਖਾਂ ਨੂੰ ਔਖੇ ਕੱਟਣੇ ਪੈਣੇ ਨੇ, ਕਿਉਂਕਿ ਸਾਡਾ ਨਾ ਰਾਜ ਹੈ, ਨਾ ਸਾਡਾ ਕੋਈ ਵੱਡਾ ਮੰਤਰੀ ਹੈ, ਨਾ ਸਾਡਾ ਕੋਈ ਵੱਡਾ ਲੀਡਰ ਹੈ। ਇੱਕੋ ਫੈਮਿਲੀ ਨੇ ਹਾਈਜੈਕ ਕਰ ਰੱਖਿਆ ਔਰ ਉਸ ਫੈਮਿਲੀ ਨਾਲ ਸੰਘ ਪਰਿਵਾਰ ਜੁੜਿਆ ਹੈ ਔਰ ਹਾਲੀ ਔਖਾ ਵਕਤ ਚੱਲੇਗਾ ਜੀ, ਇਸ ਔਖੇ ਵਕਤ ਨੂੰ ਹੰਡਾਉਣਾ ਹੀ ਪੈਣਾ। ਜੀ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇਸ ਇਸ਼ੂ ਦੇ ਉੱਪਰ ਪੂਰੇ ਆਪਣੇ ਵਿਊਜ਼ ਜਿੰਨੇ ਵੀ ਤੁਹਾਡੇ ਸੀਗੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਇਜਾਜ਼ਤ ਲੈਣੀ, ਹੋਰ ਵੀ ਕੁਐਸਚਨ ਸੀਗੇ, ਆਪਾਂ ਗੱਲਬਾਤ ਕਰਨੀ ਸੀ, ਪਰ ਟਾਈਮ ਦੀ ਲਿਮਿਟ ਕਰਕੇ ਅਸੀਂ ਨੈਕਸਟ ਟਾਈਮ ਤੁਹਾਨੂੰ ਫਿਰ ਤੋਂ TV 84 ਦਰਸ਼ਕਾਂ ਦੇ ਰੂਬਰੂ ਕਰਾਵਾਂਗੇ। ਅੱਜ ਸਾਡੇ ਇਕੱਠੇ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।